ਕਿਸਾਨਾਂ ਨੂੰ ਤੁਹਾਡੇ ਹਿਸਾਬ ਨਾਲ ਚੋਣਾਂ ਲੜਨੀਆਂ ਚਾਹੀਦੀਆਂ ਜਾਂ ਨਹੀਂ, ਜਥੇਬੰਦੀਆਂ ਨੂੰ? ਦੇਖੋ ਬਾਈ, ਗੱਲ ਇਹ ਆ, ਜੇ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਪੰਜਾਬ ਦੇ ਲਈ ਕੋਈ ਸੁਧਾਰ ਚਾਹੁੰਦੇ ਆ, ਜੇ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਪੰਜਾਬ ਦੇ ਦਰਦੀ ਆ, ਜਿਹੜੇ ਪੰਜਾਬ ਅੱਜ ਇਸ਼ੂਜ਼ ਨਾਲ ਜੂਝ ਰਿਹਾ, ਨਜਿੱਠ ਰਿਹਾ, ਅਸੀਂ ਉਹਨਾਂ ਤੋਂ ਤੁਹਾਨੂੰ ਆਜ਼ਾਦੀ ਜਾਂ ਉਹਦੇ ਤੋਂ ਰਾਹਤ ਦਿਵਾਵਾਂਗੇ, ਹਨਾ। ਹੁਣ ਇਹ ਜਿਹੜੀ ਗੱਲ ਆ, ਇਹਦਾ ਮਤਲਬ ਇਹ ਆ ਵੀ ਤੁਹਾਡੇ ਕੋਲੇ ਕੋਈ ਵੀ ਪੋਲੀਟੀਕਲ ਸਪੇਸ ਚ ਜਿਹੜੀ ਪੰਜਾਬ ਚ ਇਸ ਟਾਈਮ ਮੌਜੂਦ ਆ, ਸੋਸ਼ਲ ਸਪੇਸ ਚ, ਈਵਨ ਪੰਥਕ ਸਪੇਸ ਚ, ਹਨਾ, ਤੁਹਾਡੀ ਪ੍ਰੈਜ਼ੈਂਸ ਹੋਵੇ। ਜੇ ਤੁਹਾਡੀ ਪ੍ਰੈਜ਼ੈਂਸ ਹੀ ਨਹੀਂ ਆ ਤਾਂ ਤੁਸੀਂ ਕਿਸ ਤਰ੍ਹਾਂ ਉੱਥੇ ਜਾ ਕੇ ਕੋਈ ਇੰਪੈਕਟ ਕ੍ਰੀਏਟ ਕਰ ਸਕਦੇ ਆ। ਸੋ ਜੇ ਪੋਲੀਟੀਕਲ ਸਪੇਸ ਚ ਆ ਕੇ ਕਿਸਾਨ ਚੋਣਾਂ ਲੜ ਰਹੇ ਆ, ਜਮ ਲੜਨ, ਜੀ ਸਾਧ ਕੇ ਲੜਨ, ਦੇ ਆ ਮੋਸਟ ਵੈਲਕਮ। ਬਟ ਤੁਸੀਂ ਆਪਦਾ ਇੱਕ ਬਲੂਪ੍ਰਿੰਟ, ਆਪਦਾ ਇੱਕ ਪਾਲਿਸੀ ਕਲੀਅਰ ਕਰੋ। ਤੁਸੀਂ ਸੈਂਟਰ ਦੀਆਂ ਧਿਰਾਂ ਨਾਲ ਜਾ ਕੇ ਚੋਣਾਂ ਤੋਂ ਪਹਿਲਾਂ ਹੀ ਬੈਠਣ ਲੱਗ ਗਏ। ਤੁਸੀਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਨਾਲ ਆਪਦੀਆਂ ਵਫਾਦਾਰੀਆਂ ਨਿਭਾਉਣ ਲੱਗ ਗਏ ਪਹਿਲਾਂ ਹੀ। ਸੋ ਤੁਹਾਡੇ ਤੇ ਕਿਵੇਂ ਵਿਸ਼ਵਾਸ ਕਰ ਲਈਏ? ਤੁਸੀਂ ਜੇ ਇਹ ਕਹਿ ਕੇ ਗੱਲ ਸਿਰਜਦੇ ਵੀ ਨਿਰੋਲ ਪੰਜਾਬ ਦੀ ਪੋਲਿਟਿਕਸ ਕਰਾਂਗੇ ਤੇ ਪੋਲੀਟੀਕਲ ਕਲਾਸ ਵੀ ਸੰਘਰਸ਼ ਕਰੂਗੀ ਆਪਦੇ ਉਹਨਾਂ ਹੱਕਾਂ ਲਈ ਜਿਹੜਾ ਸੈਂਟਰ ਸਾਡੇ ਤੋਂ ਖੋਹ ਕੇ ਲੈ ਗਿਆ, ਕਿਉਂਕਿ ਕਨਸਟੀਟਿਊਸ਼ਨ ਨੇ ਸਾਨੂੰ ਉਹ ਹੱਕ ਦਿੱਤੇ ਹੋਏ ਸੀ, ਤਾਂ ਆਪਾਂ ਕਿਸਾਨਾਂ ਦੇ ਡਟ ਕੇ ਨਾਲ ਆਉਂਦੇ। ਇਹ ਤਾਂ ਹੁਣੇ ਹੀ ਦਿੱਲੀ ਵਾਲਿਆਂ ਦੀ ਗੋਦੀ 'ਚ ਜਾ ਕੇ ਬੈਠਣ ਨੂੰ ਤਿਆਰ ਆ। ਉਹ ਵੀ ਕਿੰਨੀਆਂ ਸੀਟਾਂ, 26 ਸੀਟਾਂ ਕਿ 18 ਸੀਟਾਂ ਕਿ 19 ਸੀਟਾਂ। ਆਈ ਥਿੰਕ ਇੰਨਾ ਸਸਤਾ ਤਾਂ ਨਹੀਂ ਅਸੀਂ ਆਪਦੇ ਆਪ ਨੂੰ ਵੇਚ ਸਕਦੇ। ਸੋ ਤੁਹਾਡੀ ਕਿਸੇ ਨਾਲ ਗੱਲ ਹੋਈ ਆ ਪਿਛਲੇ ਦਿਨਾਂ 'ਚ? ਜਥੇਬੰਦੀਆਂ ਤੁਹਾਨੂੰ ਕੋਈ ਮਿਲਿਆ, ਕਿਸੇ ਨਾਲ ਗੱਲਬਾਤ ਹੋਈ ਹੋਵੇ? ਨਹੀਂ ਜੀ, ਮੇਰੀ ਜਿੱਦਾਂ ਜਿੱਤ ਕੇ ਦਰਬਾਰ ਸਾਹਿਬ ਸਾਰੀ ਪੰਥਕ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਤੇ ਕੁਛ ਕਿਸਾਨ ਆਗੂ ਵੀ ਉੱਥੇ ਗਏ, ਜਿਨ੍ਹਾਂ ਚੋਂ ਸੁਰਜੀਤ ਫੂਲ ਜੀ ਸੀ, ਚੜੂਨੀ ਸਾਹਿਬ ਸੀ, ਹਨਾ, ਤੇ ਈਵਨ ਹੋਰ ਕੁਛ ਜਿਹੜੇ ਕਿਸਾਨ ਆਗੂ ਹਰਿਆਣੇ ਦੇ ਜਾਂ ਯੂਪੀ ਦੇ ਸੀ, ਉਹ ਵੀ ਪਹੁੰਚੇ ਹੋਏ ਸੀ। ਉਦੋਂ ਸਤਿ ਸ੍ਰੀ ਅਕਾਲ ਦਰਬਾਰ ਸਾਹਿਬ ਸ੍ਰੀ ਸੱਚਖੰਡ ਸਾਹਿਬ ਜ਼ਰੂਰ ਹੋਈ ਆ, ਅਦਰਵਾਈਜ਼ ਕਿਸੇ ਨਾਲ ਕੋਈ ਗੱਲ ਨਹੀਂ ਹੋਈ। ਪਰ ਇੱਕ ਗੱਲ ਜ਼ਰੂਰ ਆ, ਜਿਹੜੇ ਸਵਾਲ ਰਾਜੇਵਾਲ ਸਾਹਿਬ ਨੂੰ ਖੜੇ ਕੀਤੇ ਗਏ ਆ, ਉਹ ਉਹਨਾਂ ਦੇ ਸਾਥੀਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਖੜੇ ਕੀਤੇ ਗਏ ਆ। ਮੈਂ ਤਾਂ ਸਿਰਫ ਪੁੱਛਿਆ ਵੀ ਇਹਦਾ ਜਵਾਬ ਦਿਓ। ਉਹ ਪਹਿਲਾਂ ਡੱਲੇਵਾਲ ਸਾਹਿਬ ਨੇ ਖੜੇ ਕੀਤੇ ਜੀ, ਉਹਨਾਂ ਨੂੰ RSS ਦਾ ਬੰਦਾ ਕਹਿ ਕੇ ਬਦਨਾਮ ਕਰਤਾ। ਆਹੀ ਪ੍ਰੋਪੇਗੈਂਡਾ ਲੈਂਗੁਏਜ ਜਦੋਂ ਯੂਜ਼ ਕਰਨੀ ਆ। ਫਿਰ ਉਹ ਅਮਰਜੀਤ ਸਿੰਘ ਰਿਆੜ ਸੰਯੁਕਤ ਕਿਸਾਨ ਮੋਰਚੇ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਆ, ਉਹਨਾਂ ਨੇ ਬਕਾਇਦਾ ਆਪਦੇ ਟਵਿੱਟਰ ਹੈਂਡਲ ਤੇ ਪਾਏ, ਹਨਾ। ਫਿਰ ਇਹੀ ਗੱਲ ਜਦੋਂ ਸੁਰਜੀਤ ਫੂਲ ਜੀ ਨੇ ਵੀ ਕਹੀ, ਇੱਥੋਂ ਤੱਕ ਕਿ ਇਹਨਾਂ ਦੇ ਸਾਥੀ ਜਿਹੜੇ ਆਪਣੇ ਖੁੰਡੇ ਵਾਲੇ ਬਾਬਾ ਜੀ ਆ, ਰੁਲਦੂ ਸਿੰਘ, ਉਹਨਾਂ ਨੇ ਵੀ ਕਹੀ ਵੀ ਹਾਂ ਚਿੱਠੀ ਸੀਗੀ, ਚਲੋ ਗੱਲਾਂ ਬਾਤਾਂ ਸਰਕਾਰ ਨਾਲ ਚੱਲਦੀਆਂ ਹੁੰਦੀਆਂ। ਫਿਰ ਤੁਸੀਂ ਨਹੀਂ, ਕੁਛ ਨਹੀਂ, ਉਹ ਫੇਕ ਚਿੱਠੀ ਸੀ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਪੂਰੀ ਇੰਟਰਵਿਊ। ਫਿਰ ਤੁਸੀਂ ਐਂ ਕਹੋ ਨਾ, ਇਹੀ ਗੱਲ ਡੱਲੇਵਾਲ ਸਾਹਿਬ ਨੇ ਕਹੀ ਸੀ ਵੀ ਤੁਸੀਂ ਜਿਹੜੀ ਚਿੱਠੀ ਲਿਖੀ ਸੀ ਜਾਂ ਜੋ ਤੁਸੀਂ ਉੱਥੋਂ ਸਾਰਾ ਡਿਸਕੋਰਸ ਫੋਲੋ ਕੀਤਾ, ਉਹਦੇ ਚ ਸਾਰਿਆਂ ਨੂੰ ਤੁਸੀਂ ਕੌਨਫੀਡੈਂਸ ਚ ਨਹੀਂ ਲਿਆ। ਸਾਨੂੰ ਪਤਾ ਹੀ ਨਹੀਂ ਸੀ, ਤੇ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਤੁਹਾਡੀਆਂ ਕੋਈ ਮੀਟਿੰਗਸ ਵੀ ਚੱਲ ਰਹੀਆਂ ਸਰਕਾਰ ਨਾਲ ਤੇ ਤੁਸੀਂ ਚਿੱਠੀਆਂ ਵੀ ਲਿਖਦੇ ਹੋ। ਫਿਰ ਤੁਸੀਂ ਡੱਲੇਵਾਲ ਸਾਹਿਬ ਨਾਲ ਜਨਤਕ ਤੌਰ ਤੇ ਇਸ ਡਿਸਕਸ਼ਨ ਚ ਆਉਂਦੇ। ਤੁਸੀਂ ਤਾਂ ਇਹ ਕਹਿ ਕੇ ਖਤਮ ਕਰਤਾ ਵੀ ਉਹ ਤਾਂ RSS ਦਾ ਬੰਦਾ, ਜਿਵੇਂ ਅੱਜ ਮੈਨੂੰ ਕਹਿਤਾ ਵੀ ਸਰਕਾਰ ਦਾ ਬੰਦਾ, ਇਹ ਤੋਂ ਮੈਨੂੰ ਜਾਣ ਦਾ ਖਤਰਾ। ਇੱਕ ਪੋਲੀਟੀਕਲ, ਪੁਰਾਣਾ ਪੋਲੀਟੀਕਲ ਫਾਰਮੂਲਾ, ਤੇ ਇਹੀ ਯੂਜ਼ ਕਰਦੇ ਰਹਿੰਦੇ ਆ ਇੱਕ ਫੀਅਰ ਕ੍ਰੀਏਟ ਕਰਨ ਵਾਸਤੇ ਵੀ ਨੌਜਵਾਨਾਂ ਤੋਂ ਖਤਰਾ। ਹੁਣ ਤੁਸੀਂ ਇੱਕ ਗੱਲ ਸਮਝੋ ਵੀ ਯੂਥ ਨੇ ਕਿੱਡੀ ਸੁਹਿਰਦਤਾ ਨਾਲ ਆਪਦੀ ਇੱਕ ਜ਼ਿੰਮੇਵਾਰੀ ਨਿਭਾਈ ਪੂਰੇ ਸੰਘਰਸ਼ ਚ ਜੀ, ਤੇ ਅੱਜ ਤੱਕ ਨਿਭਾਉਂਦੇ ਆ ਰਹੇ ਆ। ਦਿੱਲੀ ਲਿਜਾ ਕੇ ਬਿਠਾਉਣ ਵਾਲਾ ਯੂਥ ਹੀ ਸੀ, ਉਹ ਆਗੂ ਨਹੀਂ ਸੀ। ਆਗੂ 2 ਦਿਨ ਬਾਅਦ ਆਏ ਉੱਥੇ। ਸੋ ਤੁਸੀਂ ਜਦੋਂ ਤੱਕ ਗੱਲਾਂ ਨੂੰ, ਹੁਣ ਮੈਂ ਇੱਕ ਇਹਨਾਂ ਨੂੰ ਨਿਮਰਤਾ ਸਹਿਤ ਇੱਕ ਬੇਨਤੀ ਕਰਦਾ ਵੀ ਰਾਜੇਵਾਲ ਸਾਹਿਬ, ਤੁਹਾਡੇ ਹੀ ਚੈਨਲ ਤੇ ਆਪਾਂ ਨਿਊਜ਼ 18 ਤੇ ਬਹਿ ਜਾਂਦੇ ਆ, ਆਪਾਂ ਡਿਸਕਸ਼ਨ ਕਰ ਲੈਂਦੇ ਆ, ਇੱਕ ਡਿਬੇਟ ਕਰ ਲੈਂਦੇ ਆ, ਬੜੇ ਹੀ ਪੋਜ਼ਿਟਿਵ ਇਨਵਾਇਰਨਮੈਂਟ ਚ, ਇੱਕ ਕੰਸਟਰਕਟਿਵ ਇਨਵਾਇਰਨਮੈਂਟ ਚ ਆਪਾਂ ਡਿਬੇਟ ਕਰ ਲੈਂਦੇ ਆ, ਤੇ ਜਨਤਾ ਡਿਸਾਈਡ ਕਰ ਦੂਗੀ। ਜਦੋਂ ਤੁਸੀਂ ਐਡੇ ਵੱਡੇ ਝੂਠ ਆ ਕੇ ਅੱਜ TV ਚੈਨਲਸ ਤੇ ਵੀ ਬੋਲਣ ਲੱਗ ਗਏ, ਫਿਰ ਜਦੋਂ ਤੁਸੀਂ ਘਰ ਜਾਂਦੇ ਹੋ ਤੇ ਆਪਦੀ ਫੈਮਿਲੀ ਨੂੰ ਕਿਵੇਂ ਫੇਸ ਕਰਦੇ ਹੋਵੋਗੇ? ਛੱਡੋ ਦੁਨੀਆ ਨੂੰ ਕਿਵੇਂ ਫੇਸ ਕਰੀਦਾ, ਪਰ ਤੁਸੀਂ ਫੈਮਿਲੀ ਨੂੰ ਕਿਵੇਂ ਫੇਸ ਕਰਦੇ ਹੋਵੋਗੇ? ਹਜੇ ਤੱਕ ਕੋਈ ਸੈਂਸ ਆਫ ਰਿਅਲਾਈਜੇਸ਼ਨ ਹੀ ਨਹੀਂ ਆ ਤੁਹਾਡੇ ਅੰਦਰ। ਉਹ ਤਾਂ ਹੁੰਦੀ ਆ ਜੇ ਤੁਹਾਡਾ ਕਿਤੇ ਅੰਦਰ ਆਸਰਾ ਕਿਤੇ ਰੱਬ ਨਾਲ, ਕਿਤੇ ਗੁਰੂ ਨਾਲ ਜੁੜਿਆ ਹੋਵੇ। ਉਹ ਹੈ ਨਹੀਂ। ਤਾਂ ਸੈਂਸ ਆਫ ਰਿਅਲਾਈਜੇਸ਼ਨ ਨੂੰ ਸਮਝਣਾ
ਤੇ ਇੱਕ ਉਸ ਤਰ੍ਹਾਂ ਦਾ ਸਹਾਰਾ ਲੈ ਕੇ ਚੱਲਣਾ ਜਿਹੜਾ ਕੋਈ ਇਲਾਹੀ ਹੋਵੇ। ਉਹ ਦੀਪ ਫਿਰ ਸਿੱਧੂ ਨੂੰ ਇਸ ਲਈ ਗੁੱਸਾ ਹੈ ਕਿ ਰਾਜੇਵਾਲ ਸਾਹਿਬ ਨੇ ਤੁਹਾਡਾ ਨਾਮ ਲਿਆ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ? ਨਹੀਂ 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 ਜੀ, ਦੇਖੋ ਮੈਨੂੰ ਗੁੱਸਾ ਨਹੀਂ ਆ, ਮੈਨੂੰ ਲਿਟਰਲੀ ਕੋਈ ਗੁੱਸਾ ਨਹੀਂ ਆ, ਕਿਉਂਕਿ ਮੇਰਾ ਨਾਂ ਤਾਂ ਸਟੇਜਾਂ ਤੋਂ ਕਿੰਨੀ ਵਾਰੀ ਕਹਿ ਕੇ ਗਦਾਰਾਂ ਦੇ ਸਰਟੀਫਿਕੇਟ ਦਿੱਤੇ, ਸਮਾਜਿਕ ਬਾਈਕਾਟ ਕਰਾਏ, ਪੋਸਟਰ ਲਵਾਏ ਸੰਘਰਸ਼ 'ਚ ਵੀ ਇਹ ਸਾਡਾ ਗਦਾਰ ਹੈ। ਸੋ ਮੇਰਾ ਨਾਂ ਲਏ ਤੋਂ ਮੈਨੂੰ ਕਿਵੇਂ ਗੁੱਸਾ ਆ ਜਾਊਗਾ? ਮੈਂ ਤਾਂ ਲਗਾਤਾਰ 2 ਸਾਲ ਜਲਾਲਤ ਸਹੀ ਆ ਮੈਂ 1-2 ਕਮੈਂਟ ਕੀਤੇ ਬਾਈ, ਮੈਂ ਤੁਹਾਡੀ ਜਾਣਕਾਰੀ ਲਈ ਆ ਕੇ ਦੱਸਾਂ, ਇਹਨਾਂ ਦੀ ਭਾਸ਼ਾ 'ਚ the same bitter pill which they used against me I used only for a day। ਇੱਕ ਦਿਨ ਉਹ ਬਿਟਰ ਪਿਲ ਇਹਨਾਂ ਤੇ ਯੂਜ਼ ਕੀਤੀ, ਇਹਨਾਂ ਦੀਆਂ ਚੀਕਾਂ ਨਿਕਲ ਗਈਆਂ। I'm sorry to use this language, but literally they started using that card ਵੀ ਅਸੀਂ ਵਿਕਟਮ ਆ। ਦੇਖੋ ਮਤਲਬ ਇੱਕ ਦਿਨ ਮੈਂ ਯੂਜ਼ ਕੀਤੇ, ਤੇ ਜਿਹੜੇ ਬੰਦੇ ਨੂੰ ਤੁਸੀਂ 2 ਸਾਲਾਂ ਤੋਂ ਜਲੀਲ ਕਰ ਰਹੇ ਹੋ, ਆਪਦਾ ਪੂਰਾ ਕਾਡਰ ਲਾ ਕੇ ਵੀ ਇਹਦੇ ਤੇ ਵੱਡੇ ਲੇਖ ਲਿਖੋ, ਤੇ ਬਹੁਤ ਵੱਡੀਆਂ ਆ ਰੋਜ਼ਾਨਾ ਸਪੋਕਸਮੈਨ ਵਾਲੇ, ਮੈਂ ਹੁਣੇ ਹੀ ਤੁਹਾਨੂੰ ਦੱਸਦਾ, ਇੱਕ ਡਿਜੀਟਲ ਚੈਨਲ ਆ, ਉਹਨਾਂ ਨੇ ਇੱਕ ਸੀਰੀਜ਼ ਹੀ ਚਲਾਤੀ, ਲੱਭ ਬੰਦੇ ਵੀ ਕੌਣ ਦੀਪ ਸਿੱਧੂ ਦੇ ਖਿਲਾਫ ਬੋਲਦਾ, ਅਸੀਂ ਉਧਰ ਨੂੰ ਤੁਰਦੇ ਆ। ਚਲੋ ਆਪਾਂ ਕਿਸੇ ਮੀਡੀਆ ਹਾਊਸ ਤੇ ਆਪਾਂ ਕਿਉਂ ਟਿੱਪਣੀ ਕਰਨੀ? ਨਹੀਂ, ਮੀਡੀਆ ਹਾਊਸ ਜਵਾਬ ਦੇਖੋ, ਮੀਡੀਆ ਹਾਊਸ ਨਾਲ ਆਪਣੀ ਕੋਈ ਨਿੱਜੀ ਕੋਈ ਰੰਜਿਸ਼ ਦੁਸ਼ਮਣੀ ਨਹੀਂ ਆ, ਪਰ ਜੋ ਉਹਨਾਂ ਨੇ ਮੀਡੀਆ ਦਾ ਰੋਲ ਕੀ ਹੁੰਦਾ? ਮੀਡੀਆ ਦਾ ਰੋਲ ਤਾਂ ਨਿਰਪੱਖ ਰਹਿ ਕੇ ਆਪਦਾ ਜਰਨਲਿਜ਼ਮ ਕਰਨ ਦਾ ਹੁੰਦਾ ਨਾ। ਜਦੋਂ ਤੁਸੀਂ ਬਾਇਸ ਹੋ ਕੇ, ਅੱਜ ਰਾਜੇਵਾਲ ਸਾਹਿਬ ਨੇ ਤੁਹਾਡਾ ਜ਼ਿਕਰ ਕੀਤਾ ਉਸ ਇੰਟਰਵਿਊ ਦੇ ਵਿੱਚ, ਮੈਂ ਤੁਰੰਤ ਤੁਹਾਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਆਪਣਾ ਕੋਈ ਪੱਖ ਰੱਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਆਓ, ਤੁਸੀਂ ਐਗਰੀ ਕੀਤਾ ਤੇ ਆਪਾਂ ਬੈਠੇ। ਇਹੀ ਰੋਲ ਹੁੰਦਾ ਹੈ। ਦੈਟਸ ਸੋ ਨਾਈਸ ਆਫ ਯੂ। ਹਾਂਜੀ, ਇਹ ਤਾਂ ਬਹੁਤ ਵਧੀਆ ਗੱਲ ਹੈ। ਇਹੀ ਹੁੰਦੀ ਆ ਨਿਰਪੱਖ ਜਰਨਲਿਜ਼ਮ, ਵੀ ਇੱਕ ਧਿਰ ਨੇ ਇੱਕ ਗੱਲ ਕਹੀ, ਆਪਦਾ ਪਰਸਪੈਕਟਿਵ ਲਿਆ ਕੇ ਰੱਖਿਆ, ਦੂਜੀ ਧਿਰ ਵੀ ਆਪਦਾ ਪਰਸਪੈਕਟਿਵ ਰੱਖੇ, ਤੇ ਫਿਰ ਲੋਕ ਡਿਸਾਈਡ ਕਰ ਲੈਣ। ਹਾਂਜੀ, ਅੱਛਾ ਮੈਂ ਇੱਕ ਹੁਣ ਆਪਾਂ ਵਾਈਂਡ ਅਪ ਕਰਨਾ ਇਸ ਨੂੰ, ਮੈਂ ਇੱਕ ਸਪਸ਼ਟ ਸਵਾਲ ਪੁੱਛਦਾ ਸਿੱਧਾ ਕਿ ਅਗਲੇ ਦਿਨਾਂ 'ਚ ਹੁਣ ਚੋਣ ਪ੍ਰਚਾਰ ਹੋਣਾ ਹੈ, ਕਿਸੇ ਵੇਲੇ ਵੀ ਕੋਡ ਲੱਗ ਸਕਦਾ ਹੈ, ਦੀਪ ਸਿੱਧੂ ਨਜ਼ਰ ਆਉਣਗੇ ਚੋਣ ਪ੍ਰਚਾਰ ਦੇ ਵਿੱਚ, ਚਾਹੇ ਕਿਸੇ ਵੀ ਰੂਪ ਦੇ ਵਿੱਚ ਆਉਣ? ਬਿਲਕੁਲ ਬਾਈ, ਦੇਖੋ ਪੰਜਾਬ 'ਚ ਚਾਹੇ ਚੋਣ ਪ੍ਰਚਾਰ ਹੋਵੇ ਚਾਹੇ ਨਾ ਹੋਵੇ, ਚਾਹੇ ਕੋਡ ਆਫ ਕੰਡਕਟ ਲੱਗਿਆ ਹੋਵੇ ਚਾਹੇ ਨਾ ਲੱਗਿਆ ਹੋਵੇ, ਹੁਣ ਜਿਹੜੇ ਰਾਹ ਤੇ ਤੁਰ ਪਏ ਆ ਉੱਥੇ ਬਹੁਤ ਇਹੋ ਜਿਹੇ ਲੋਕ ਨਾਲ ਵੀ ਆ ਜਿਹੜੇ ਕਹਿੰਦੇ ਆ ਵੀ ਵਾਕਈ ਅਸੀਂ ਕੁਝ ਕਰਨਾ ਚਾਹੁੰਦੇ ਆ ਪੰਜਾਬ ਲਈ, ਵਾਕਈ ਅਸੀਂ ਪੋਲੀਟੀਕਲ ਸਟਰਕਚਰਲ ਚੇਂਜ ਦੀ ਗੱਲ ਕਰਨਾ ਚਾਹੁੰਦੇ ਆ ਇੱਥੇ, ਵਾਕਈ ਸਾਡੇ ਉਹਨਾਂ ਹੱਕਾਂ ਲਈ ਲੜਨਾ ਚਾਹੁੰਦੇ ਆ ਜਿਹੜਾ ਦਿੱਲੀ ਸਾਡੇ ਤੋਂ ਖੋਹ ਕੇ ਲੈ ਜਾਂਦਾ ਰਿਹਾ ਸਮੇਂ ਤੋਂ ਸਮੇਂ। ਹੁਣ ਉਹਨਾਂ ਬੰਦਿਆਂ ਦੇ ਨਾਲ ਜਾ ਕੇ ਖੜਨਾ ਤਾਂ ਪਊਗਾ ਨਾ। ਸੋ ਪੰਜਾਬ ਦੀ ਜਿਹੜੀ ਨਿਰੋਲ ਪੋਲਿਟਿਕਸ ਆ, ਚਾਹੇ ਉਹ ਕੌਨਫਲਿਕਟ ਪੋਲਿਟਿਕਸ ਹੋਵੇ ਚਾਹੇ ਉਹ ਮੇਨ ਸਟ੍ਰੀਮ ਪੋਲਿਟਿਕਸ ਹੋਵੇ, ਉਹਦੀ ਗੱਲ ਪਊਗੀ ਨਾ। ਸੋ I will be there. I will be there with the people. I will be there for Punjab. I will be there with all those probably organizations and individuals who genuinely feel for us. ਅੱਛਾ, ਇੱਕ ਨਿੱਜੀ ਸਵਾਲ ਦੀਪ ਸਿੱਧੂ ਜੀ, ਆਖਰੀ, ਤੁਸੀਂ ਸਾਲ 1.5 ਸਾਲ ਜਿਸ ਦਾ ਜ਼ਿਕਰ ਕਰ ਰਹੇ ਹੋ, ਤੁਸੀਂ ਵਧੀਆ ਫਿਲਮਾਂ ਬਣਾਈਆਂ, ਚੰਗਾ ਨਾਮ ਹੈ ਨਾ, ਚੰਗਾ ਤੁਸੀਂ ਆਪਣਾ ਬੰਬੇ ਦੇ ਵਿੱਚ ਰਹਿ ਕੇ ਇਸ ਦਾ ਪੈਸਾ ਵੀ ਕਮਾ ਰਹੇ ਹੋ, ਓਬਵੀਅਸਲੀ ਕਮਾਇਆ ਹੋਣਾ, ਫਿਲਮਾਂ ਬਣਾਈਆਂ, ਚੰਗਾ ਤੁਸੀਂ ਆਪਣਾ ਕਿਰਦਾਰ ਫਿਲਮਾਂ ਦੇ ਵਿੱਚ ਨਿਭਾਏ ਨੇ। ਪਿਛਲੇ 1.5 ਸਾਲ ਦੇ ਵਿੱਚ ਤੁਸੀਂ ਵਾਰ-ਵਾਰ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਮੈਨੂੰ ਸਰਟੀਫਿਕੇਟ ਵੰਡੇ ਗਏ, ਮੈਨੂੰ ਗਦਾਰ ਕਿਹਾ ਗਿਆ, ਮੈਂ ਪੰਜਾਬ ਫਿਰ ਵੀ ਮੈਂ ਖੜਾ, ਬਹੁਤ ਚੀਜ਼ਾਂ ਬਰਦਾਸ਼ਤ ਕੀਤੀਆਂ। ਇਸ ਚੀਜ਼ ਦਾ ਰੰਜ ਹੋਇਆ ਕਦੇ? ਇਸ ਚੀਜ਼ ਦਾ ਤੁਹਾਨੂੰ ਮਲਾਲ ਰਿਹਾ ਕਿ ਮੈਂ ਆਪਣਾ ਕੰਮ ਛੱਡਿਆ ਤੇ ਮੇਰਾ ਇਹ ਬਹੁਤ ਨੁਕਸਾਨ ਹੋਇਆ? ਕਦੇ ਇਹ ਚੀਜ਼ ਦਿਮਾਗ 'ਚ ਆਉਂਦੀ ਹੈ? ਦੇਖੋ ਬਾਈ ਜੀ, ਇਹ ਗੱਲ ਜਿਹੜਾ ਨਾ ਸਵਾਲ ਤੁਹਾਡਾ ਬੜਾ ਪਰਸਨਲ ਆ। ਹਾਂ, ਮੈਂ ਤਾਂ ਹੀ ਕਿਹਾ, ਮੈਂ ਨਿੱਜੀ ਸਵਾਲ, ਜੇ ਤੁਸੀਂ ਜਵਾਬ ਦੇਣਾ ਚਾਹੋ। ਹਾਂਜੀ, ਨਹੀਂ ਬਿਲਕੁਲ ਦਿੰਨੇ ਆ ਜੀ। ਜਦੋਂ ਕੋਈ ਦੁੱਖ ਤੁਹਾਨੂੰ ਪਹੁੰਚਾਇਆ ਜਾਂਦਾ ਨਾ, ਜਿਹੜਾ ਤੁਹਾਡੀ ਆਤਮਾ ਨੂੰ, ਤੁਹਾਡੀ ਮਨੋਵਿਗਿਆਨਿਕ ਤੌਰ ਤੇ ਤੁਹਾਨੂੰ ਤੰਗ ਕਰਦਾ ਜੀ, ਉਹਦਾ ਵਾਕਈ ਸਿਰਫ ਤੁਸੀਂ ਅੰਦਾਜ਼ਾ ਕਿੰਨਾ ਕੁ ਹੁੰਦਾ ਦੁੱਖ ਦਾ, ਉਹ ਆਪ ਹੀ ਲਾ ਸਕਦੇ ਆ। ਫੈਮਿਲੀ ਵੀ ਇੱਕ ਰਿਸਟ੍ਰਿਕਟਿਵ ਵੇ 'ਚ ਉਹਨੂੰ ਸਮਝ ਸਕਦੀ ਆ, ਜਾਂ ਯਾਰ ਦੋਸਤ ਫਰੈਂਡ ਸਰਕਲ ਵੀ ਉਹਨੂੰ ਰਿਸਟ੍ਰਿਕਟਿਵ ਵੇ 'ਚ ਹੀ ਸਮਝ ਸਕਦਾ ਜੀ, ਹਨਾ। ਔਰ ਜਿੰਨੀ ਹਿਊਮਿਲੇਸ਼ਨ ਮੈਂ ਸਹੀ ਆ, ਉਹ ਚਾਹੇ ਮੇਰਾ ਬੰਬੇ ਸਰਕਲ ਹੋਵੇ,
ਜੀ ਚਾਹੇ ਪੰਜਾਬ 'ਚ ਜਿੰਨੀ ਸੋਸ਼ਲ ਹਿਊਮਿਲੇਸ਼ਨ ਸਹੀ ਆ, ਉਹਨੇ ਵਾਕਈ ਕਈ ਵਾਰੀ ਮੈਨੂੰ ਅੰਦਰ ਝੰਜੋੜਿਆ that why am I doing it, ਬਟ ਫਿਰ ਕਿਤੋਂ ਨਾ ਕਿਤੋਂ ਇਨਸਪੀਰੇਸ਼ਨ ਆ ਨਾ ਜਿਹੜੀ, ਉਹ ਮੈਂ ਤੁਹਾਨੂੰ ਸੱਚੀ ਦੱਸਾਂ, ਉਹ ਗੁਰੂ ਸਾਹਿਬ ਤੋਂ ਮਿਲਦੀ ਆ, ਉਹ ਗੁਰੂ ਨਾਨਕ ਸਾਹਿਬ ਤੋਂ ਮਿਲਦੀ ਆ, ਸਾਡੇ ਕਿਸੇ ਇਲਾਹੀ ਉਹਨਾਂ ਇਖਲਾਕਾਂ ਤੋਂ ਮਿਲਦੀ ਆ। ਜਦੋਂ ਸਾਡੇ ਗੁਰੂ, ਸਾਡੇ ਹੋਰ ਬਹੁਤ ਵੱਡੇ ਵੱਡੇ ਜਿਹੜੇ ਜੁਝਾਰੂ ਸਿੰਘ ਹੋਏ ਆ, ਫਿਰ ਸਾਡੇ ਰੋਲ ਮਾਡਲਸ ਹੋਏ ਆ, ਹਨਾ, ਸਰਦਾਰ ਕਰਤਾਰ ਸਿੰਘ ਸਰਾਭਾ ਵਰਗੇ, ਜਦੋਂ ਗਦਰੀ ਬਾਬੇ ਹੋਏ ਆ, ਜਦੋਂ ਉੱਥੋਂ ਇਨਸਪੀਰੇਸ਼ਨ ਮਿਲਦੀ ਆ, ਫਿਰ ਤੁਸੀਂ ਇਹਨੂੰ ਬੜਾ ਹੀ ਛੋਟੀ ਤੌਰ ਤੇ ਆਂਕਦੇ ਹੋ ਜਾਂ ਦੇਖਦੇ ਹੋ ਵੀ ਕੋਈ ਗੱਲ ਨਹੀਂ, ਯੂ ਹੈਵ ਟੂ ਗੋ ਥਰੂ ਦਿਸ। ਦਿਓਲ ਪਰਿਵਾਰ ਨਾਲ ਤੁਹਾਡੀ ਐਸੋਸੀਏਸ਼ਨ ਨੂੰ ਲੈ ਕੇ ਬਹੁਤ ਧਾਰਨਾਵਾਂ ਬਣੀਆਂ, ਅੱਜ ਵੀ ਐਸੋਸੀਏਸ਼ਨ ਹੈਗੀ ਹੈ ਜਾਂ ਹੁਣ ਉਹ ਰਾਬਤਾ ਨਹੀਂ ਰਿਹਾ ਜੋ ਪਹਿਲਾਂ ਸੀ? ਨਹੀਂ, ਹਜੇ ਕੋਈ ਰਾਬਤਾ ਨਹੀਂ ਆ। ਠੀਕ ਹੈ, ਉਹ ਐਸੋਸੀਏਸ਼ਨ ਪਰਿਵਾਰਾਂ ਤੋਂ ਵੱਧ ਸੀ, ਤੁਹਾਨੂੰ ਪਤਾ, ਤੁਸੀਂ ਬੜੇ ਲੰਬੇ ਸਮੇਂ ਤੋਂ ਇਸ ਗੱਲ ਨੂੰ ਜਾਣਦੇ ਹੋ। ਸੋ ਉਹ ਕੋਈ ਚੋਣਾਂ 'ਚ ਆ ਕੇ ਹੀ ਨਹੀਂ ਐਸੋਸੀਏਸ਼ਨ ਸੀ, ਉਹ ਤਾਂ ਪਿਛਲੇ 15 ਸਾਲਾਂ ਤੋਂ ਵੀ ਜ਼ਿਆਦਾ ਦੀ ਐਸੋਸੀਏਸ਼ਨ ਸੀ। ਪਰ ਹੁਣ ਕੋਈ ਐਸੋਸੀਏਸ਼ਨ ਇਸ ਸਮੇਂ ਹੈ ਨਹੀਂ, ਕਿਉਂਕਿ ਪੋਲੀਟੀਕਲ ਆਈਡੀਓਲੋਜੀਜ਼ ਨੇ ਜਾਂ ਕਿਸਾਨ ਅੰਦੋਲਨ ਨੇ ਵੀ ਇਹਦੇ 'ਚ ਬੜਾ ਵੱਡਾ, ਕਈ ਵਾਰੀ ਇਹ ਜਿਹੜੇ ਰਿਫਟ ਕ੍ਰੀਏਟ ਹੋ ਜਾਂਦੇ ਹੁੰਦੇ ਆ, ਸਿਧਾਂਤਕ ਤੌਰ ਤੇ ਰਿਫਟ ਕ੍ਰੀਏਟ ਹੋ ਜਾਂਦੇ ਆ, ਉਹ ਸਮਾਂ ਪਾ ਕੇ ਹੀ ਠੀਕ ਹੁੰਦੇ ਆ, ਸਮੇਂ ਤੋਂ ਪਹਿਲਾਂ ਉਹ ਠੀਕ ਹੋ ਵੀ ਨਹੀਂ ਸਕਦੇ ਹੁੰਦੇ। ਚਲੋ ਠੀਕ ਹੈ, ਧੰਨਵਾਦ ਦੀਪ ਸਿੱਧੂ ਜੀ, ਤੁਸੀਂ ਸਾਡੇ ਨਾਲ ਜੁੜੇ, ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਤਾਂ ਦੀਪ ਸਿੱਧੂ, ਤੁਸੀਂ ਇੱਕ ਇੱਕ ਗੱਲ ਦਾ ਜਵਾਬ ਦੀਪ ਸਿੱਧੂ ਵੱਲੋਂ ਦਿੱਤਾ ਗਿਆ, ਸਿੱਧਾ ਉਹਨਾਂ ਨੇ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਜਿਹੜੇ ਇਲਜ਼ਾਮ ਲਾਏ ਸੀ, ਉਹਨਾਂ ਨੇ ਕਿਹਾ ਹੈ ਕਿ ਜੇ ਮੇਰੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਤਾਂ ਤੁਰੰਤ ਕਰੋ, ਕਿਉਂਕਿ ਮੈਨੂੰ ਇਸ ਚੀਜ਼ ਦਾ ਕੋਈ ਡਰ ਨਹੀਂ ਹੈ, ਮੇਰੇ ਤੇ ਅੱਜ ਵੀ ਪਰਚੇ ਨੇ ਔਰ ਮੈਂ ਉਹ ਪਰਚੇ ਭੁਗਤ ਰਿਹਾ, ਸਪਸ਼ਟ ਤੌਰ ਤੇ ਦੀਪ ਸਿੱਧੂ ਕਹਿ ਰਹੇ ਨੇ। ਔਰ ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਨਿਊਜ਼ 18 ਤੇ ਆ ਕੇ ਜੇ ਉਹ ਬਹਿਸ ਕਰਨਾ ਚਾਹੁੰਦੇ ਨੇ ਤਾਂ ਉਹ ਹਰ ਮੁੱਦੇ ਤੇ ਬਹਿਸ ਕਰਨ ਦੇ ਲਈ ਤਿਆਰ ਨੇ, ਉਹਨਾਂ ਦੇ ਸਾਹਮਣੇ ਬੈਠ ਕੇ, ਔਰ ਉਸ ਤੋਂ ਬਾਅਦ ਲੋਕ ਡਿਸਾਈਡ ਕਰਨਗੇ ਕੌਣ ਸਹੀ ਹੈ ਕੌਣ ਗਲਤ ਹੈ। ਮੁੱਖ ਤੌਰ ਤੇ ਇਹ ਦੋ ਗੱਲਾਂ ਦੀਪ ਸਿੱਧੂ ਹੋਰਾਂ ਵੱਲੋਂ ਕਹੀਆਂ ਗਈਆਂ, ਪਰ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਪੋਲਿਟਿਕਸ 'ਚ ਮੈਂ ਵਿਚਰਦਾ ਰਹੂੰਗਾ ਔਰ ਆਪਣੇ ਹਿਸਾਬ ਨਾਲ ਜਿਸ ਵੀ ਉਮੀਦਵਾਰ ਦਾ ਉਹਨਾਂ ਨੂੰ ਲੱਗੇਗਾ ਉਸ ਦੇ ਹੱਕ ਦੇ ਵਿੱਚ ਉਹ ਚੋਣ ਮੈਦਾਨ ਦੇ ਵਿੱਚ ਜ਼ਰੂਰ ਆ ਕੇ ਉਸ ਦੀ ਸਪੋਰਟ ਕਰਨਗੇ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਹੋਣੇ।